ਇਹਦੇ ਦਰਸ਼ਨ ਕਰਦੇ ਹਾਂ। ਮਨਮੁਖ ਦਾ ਪਹਿਲਾ ਲੱਛਣ ਇਹ ਹੈ ਵੀ ਦਿਨ ਦੇ ਥਾਮੋਂ ਦਿੱਤਾ ਚੰਗਾ ਮਨਮੁਖ ਐਸਾ ਜਾਣੀ ਹੈ। ਉਹ ਕਹਿੰਦਾ ਵੀ ਪਹਿਲਾਂ ਹੀ ਦਿੱਤਾ ਹੁੰਦਾ ਤੇ ਵਧੀਆ ਹੁੰਦਾ ਤੇ ਹੁਣ ਮੈਨੂੰ ਮੰਗਣਾ ਪੈ ਰਿਹਾ। ਇਹ ਥੋੜੀ ਕਹਿ ਰਿਹਾ ਵੀ ਚਲੋ ਮਾਲਕ ਦੇ ਦਰ ਦੇ ਉੱਤੇ ਸਾਰੀਆਂ ਦਾਤਾਂ ਮਿਲ ਰਹੀਆਂ, ਜੇ ਇੱਕ ਵਾਰ ਮੈਂ ਗੁਰੂ ਦੇ ਅੱਗੇ ਆਪਣਾ ਪੱਲਾ ਲੈ ਗਿਆ ਤੇ ਮੈਂ ਉੱਥੇ ਦਾਤਾਂ ਮੰਗ ਲਈਆਂ, ਉਸ ਗੱਲ ਦਾ ਸ਼ੁਕਰਾਨਾ ਨਹੀਂ ਆ। ਉਹ ਇਹ ਗੱਲ ਸੋਚ ਰਿਹਾ ਹੈ ਆਪਣੇ ਮਨ ਦੇ ਵਿੱਚ ਕਿ ਜੇ ਇਹਦੇ ਨਾਲੋਂ ਚੰਗਾ ਪਹਿਲਾਂ ਹੀ ਰੱਬ ਜੀ ਦੇ ਕੇ ਰੱਖ ਦੇ। ਪਰ ਇਸ ਕਰਕੇ ਸਤਿਗੁਰੂ ਕਹਿੰਦੇ ਪਹਿਲਾ ਲੱਛਣ ਉਹਦਾ ਇਹੀ ਹੈ ਵੀ ਉਹੀ ਕਹਿੰਦਾ ਹੈ ਵੀ ਸਭ ਤੋਂ ਪਹਿਲਾਂ ਹੀ ਮਾਲਕ ਪਹਿਲਾਂ ਹੀ ਰੱਖਿਆ ਹੁੰਦਾ ਨਾ ਤੇ ਮੇਰੇ ਲਈ ਚੰਗਾ ਹੁੰਦਾ। ਇਹ ਚੇਤੇ ਰੱਖਿਓ ਵੀ ਰੱਖਿਆ ਉਹਨੇ ਪਹਿਲਾਂ ਹੀ ਹੈ। ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਾਇਓ ਜਿਸਕਾ ਸਬਸ ਆਧਾਰੋ। ਰੱਖਿਆ ਹੋਇਆ ਹੈ ਜੀ ਸਭ ਕੁਝ ਉਹ ਮਾਲਕ ਨੇ। ਪਰ ਸਤਿਗੁਰੂ ਕਹਿੰਦੇ ਜੇ ਕੋ ਖਾਵੇ ਜੇ ਕੋ ਪੂੰਚੈ ਤਿਸਕਾ ਹੋਏ ਉਧਾਰੋ ਇਹ ਵਸਤ ਤਜੀ ਨਹਿ ਜਾਈ। ਤੇ ਸਤਿਗੁਰੂ ਕਹਿੰਦੇ ਵੀ ਇਹ ਵਸਤੂ ਛੱਡੀ ਹੀ ਨਹੀਂ ਜਾ ਸਕਦੀ। ਤਜੀ ਦਾ ਅਰਥ ਹੁੰਦਾ ਵੀ ਛੱਡੀ ਜਾਣੀ। ਨਿਤ ਨਿਤ ਰੱਖ ਉਰ ਧਾਰੋ, ਇਹਨੂੰ ਤੇ ਆਪਣੇ ਹਮੇਸ਼ਾ ਆਪਣੇ ਨਾਲ ਰੱਖ। ਮਤਲਬ ਥਾਲ ਗੁਰੂ ਸਾਹਿਬ ਕਹਿੰਦੇ ਸਾਡੇ ਸਾਹਮਣੇ ਪਰੋਸਿਆ ਪਿਆ ਹੈ, ਉਹਦੇ ਉੱਤੇ ਇੱਕ ਕੱਪੜਾ ਪਿਆ ਹੈ, ਮੈਂ ਉਹ ਕੱਪੜੇ ਨੂੰ ਵੇਖ ਕੇ ਕਹਿ ਰਿਹਾ ਵੀ ਇਹਦੇ ਥੱਲੇ ਕੁਝ ਵੀ ਨਹੀਂ ਹੈ ਸਭ ਕੁਝ ਉਹਦੇ ਥੱਲੇ। ਪਰ ਥੋੜੀ ਜਿਹੀ ਗੁਜ਼ਾਰਿਸ਼ ਇਹ ਹੈ ਵੀ ਉਦਮ ਮੜਾ ਜਿਹਾ ਇਹ ਕਰਨਾ ਪੈਂਦਾ ਵੀ ਜਦੋਂ ਉਹਦੇ ਤੋਂ ਕੱਪੜਾ ਲਾ ਲਿਆ ਨਾ ਫਿਰ ਮੈਨੂੰ ਪਤਾ ਲੱਗ ਗਿਆ ਵੀ ਥੱਲੇ ਵਸਤੂਆਂ ਪਈਆਂ ਨੇ, ਥੱਲੇ ਭੋਜਨ ਪਿਆ ਹੈ। ਤੇ ਗੁਰੂ ਸਾਹਿਬ ਕਹਿੰਦੇ ਵੀ ਇਸੇ ਤਰ੍ਹਾਂ ਜਦੋਂ ਗੁਰੂ ਦੀ ਗੋਦ ਦੇ ਵਿੱਚ ਮੈਂ ਆ ਜਾਂਦਾ ਵਾਂ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਉੱਪਰ ਪਿਆ ਜਿਹੜਾ ਰੁਮਾਲਾ ਹੈ ਉਹਨੂੰ ਇੱਕ ਦਿਨ ਚੁੱਕ ਕੇ ਵੇਖਾਂ, ਉਹਦੇ ਅੰਦਰ ਵੀ ਬੜੇ ਸਾਰੇ ਪਕਵਾਨ ਨੇ। ਤੇ ਜਦੋਂ ਉਹ ਪਕਵਾਨਾਂ ਨੂੰ ਮੈਂ ਚੱਖਾਂਗਾ, ਉਹ ਚੱਕਣ ਦਾ ਅਰਥ ਇਹ ਨਹੀਂ ਵੀ ਮੈਂ ਖਾਣਾ ਹੈ, ਉਹਦਾ ਅਰਥ ਹੈ ਵੀ ਮੈਂ ਗ੍ਰਹਿਣ ਕਰਨਾ। ਜਪਜੀ ਸਾਹਿਬ ਮੇਰੇ ਲਈ ਭੋਜਨ ਹੈ, ਆਹਾਰ ਹੈ ਮੇਰਾ। ਤੋ ਇਸ ਕਰਕੇ ਸਾਧ ਸੰਗਤ ਗੁਰੂ ਗੱਲਾਂ ਕਰਦਾ ਹੈ। ਤੇ ਸਤਿਗੁਰੂ ਕਹਿੰਦੇ ਵੀ ਜਿਹੜਾ ਮਨਮੁਖ ਇਨਸਾਨ ਹੈ ਉਹਦਾ ਪਹਿਲਾ ਅਵਗੁਣ ਇਹ ਹੈ ਵੀ ਉਹ ਇਹੀ ਕਹਿੰਦਾ ਹੈ ਵੀ ਸਭ ਕੁਝ ਪਹਿਲਾਂ ਹੀ ਹੁੰਦਾ ਤੇ ਵਧੀਆ ਹੁੰਦਾ। ਉਸ ਤੋਂ ਬਾਅਦ ਸਤਿਗੁਰੂ ਕਹਿੰਦੇ ਵੀ ਜਦੋਂ ਅਸੀਂ ਗੁਰੂ ਸਾਹਿਬ ਜੀ ਦੀ ਬਾਣੀ ਨੂੰ ਹੋਰ ਵਿਚਾਰਦੇ ਹਾਂ ਤੇ ਉੱਥੇ ਸਤਿਗੁਰੂ ਕਹਿੰਦੇ ਮਨਮੁਖ ਪੱਥਰ ਸੈਲ ਹੈ ਤ੍ਰਿਗ ਜੀਵਨ ਫਿੱਕਾ। ਮਨਮੁਖ ਕਹਿੰਦੇ ਇੱਕ ਚਟਾਨ ਦੇ ਵਰਗ ਹੈ, ਪੱਥਰ ਪੂਰਾ। ਤੁਸੀਂ ਵੇਖਿਓ ਪਾਣੀ ਦੇ ਜਿਹੜਾ ਇੱਕ ਗੁਰਮੁਖ ਹੋਵੇ ਨਾ ਔਰ ਇੱਕ ਮਨਮੁਖ ਹੋਵੇ, ਇਹਨਾਂ ਦਾ ਕੰਪੈਰੀਜ਼ਨ ਜਦੋਂ ਕਰੋਗੇ ਨਾ ਸਾਧ ਸੰਗਤ, ਉਹਦੇ ਵਿੱਚ ਇੱਕ ਗੱਲ ਸਾਨੂੰ ਸਮਝ ਆ ਜਾਂਦੀ ਹੈ ਵੀ ਜਿਹੜਾ ਮਨਮੁਖ ਇਨਸਾਨ ਹੈ ਉਹਦਾ ਗੁੱਸਾ ਏਦਾਂ ਦਾ ਹੈ ਜਿਵੇਂ ਪੱਥਰ ਦੇ ਉੱਤੇ ਲੀਕ ਮਾਰਨੀ। ਤੇ ਪੱਥਰ ਦੇ ਉੱਤੇ ਮਾਰੀ ਹੋਈ ਲੀਕ ਇੱਕ ਵਾਰ ਜਦੋਂ ਪੈ ਜਾਂਦੀ ਹੈ ਨਾ ਉਹਨੂੰ ਮਿਟਾਉਣਾ ਬੜਾ ਔਖਾ ਹੈ ਤੇ ਉੱਥੋਂ ਚਟਾਨ ਨੂੰ ਫਿਰ ਖੁਰਚਣਾ ਪੈਂਦਾ ਤੇ ਤਾਂ ਉਹਦੇ ਵਿੱਚੋਂ ਉਹ ਲੀਕ ਨੂੰ ਖਤਮ ਕੀਤਾ ਜਾਂਦਾ। ਪਰ ਜਿਹੜਾ ਗੁਰਮੁਖ ਹੁੰਦਾ ਹੈ ਉਹਦਾ ਗੁੱਸਾ ਏਦਾਂ ਦਾ ਹੁੰਦਾ ਹੈ ਵੀ ਜਿਵੇਂ ਪਾਣੀ ਦੇ ਉੱਤੇ ਲੀਕ ਹੋਵੇ। ਪਾਣੀ ਤੇ ਲੀਕ ਮਾਰੀ ਨਾ ਮਿੰਟ 'ਚ ਹੀ ਪਾਣੀ ਨੇ ਆਪਣਾ ਸੁਭਾਅ ਉਦਾਂ ਦਾ ਬਣਾ ਲਿਆ। ਇਹਨਾਂ ਦੋਨਾਂ ਦੇ ਵਿੱਚ ਇਹ ਫਰਕ ਹੈ। ਸੋ ਇਸ ਕਰਕੇ ਪਾਤਸ਼ਾਹ ਕਹਿੰਦੇ ਵੀ ਦੂਸਰੀ ਗੱਲ ਵੀ ਉਹਦਾ ਜਿਹੜਾ ਜੀਵਨ ਹੈ ਉਹ ਬਿਲਕੁਲ ਤ੍ਰਿਗ ਹੈ, ਉਹਦਾ ਜੀਵਨ ਦਾ ਸਵਾਦ ਹੀ ਨਹੀਂ ਹੈ, ਬੇਸਵਾਦਾ। ਮਨਮੁਖ ਇਨਸਾਨ, ਮਨ ਦੇ ਪਿੱਛੇ ਚੱਲਣ ਵਾਲਾ। ਮੈਂ ਕੱਲ ਵੀ ਆਪ ਸੰਗਤ ਦੇ ਨਾਲ ਅਰਜ਼ ਕਰ ਰਿਹਾ ਸਾਂ ਵੀ ਕਰਮ ਕਰਨਾ ਮੇਰੇ ਹੱਥ ਦੇ ਵਿੱਚ ਹੈ ਤੇ ਫਲ ਅਕਾਲ ਪੁਰਖ ਦੇ ਹੱਥ ਦੇ ਵਿੱਚ ਹੈ। ਤੋ ਜਿਹੋ ਜੇ ਮੈਂ ਕਰਮ ਕਰ ਰਿਹਾ ਉਹਦੇ ਅਕੋਰਡਿੰਗ ਜੋ ਮੈਨੂੰ ਫਲ ਹੈ ਉਹ ਮੈਨੂੰ ਮਿਲ ਰਿਹਾ ਹੈ। ਇਹਦਾ ਅਰਥ ਇਹ ਥੋੜੀ ਆ ਵੀ ਮਤਲਬ ਮੈਂ ਕਰਮ ਨਾ ਕਰਾਂ ਤੇ ਰੱਬ ਸਭ ਕੁਝ ਮੇਰੇ ਸਾਹਮਣੇ ਦੇ ਦੇਵੇ। ਫਿਰ ਉਹ ਜਿਹੜੀ ਅਸੀਂ ਬਾਕ ਪੜ੍ਹਦੇ ਹਾਂ ਨਾ ਵੀ ਕਰਮੀ ਆਪੋ ਆਪਣੀ ਕੀ ਨੇੜੇ ਕੇ ਦੂਰ, ਉਹ ਰੋਜ਼ਾਨਾ ਇਸੇ ਕਰਕੇ ਰਿਪੀਟ ਕਰਦੇ ਆ ਜੀ। ਉਹ ਰੋਜ਼ਾਨਾ ਤਾਂ ਹੀ ਇਸੇ ਕਰਕੇ ਬਾਬਾ ਜੀ ਕਹਿੰਦੇ ਵੀ ਬਾਰ-ਬਾਰ ਪੜ੍ਹ, ਤੈਨੂੰ ਇਹ ਗੱਲਾਂ ਦੀ ਸਮਝ ਆਵੇ। ਸਾਧ ਸੰਗਤ ਇੱਕ ਵਾਰ ਨਾ ਥੋੜਾ ਜਿਹਾ ਆਪਣੇ ਜੀਵਨ ਦੇ ਵੱਲ ਲੈ ਕੇ ਆਈਏ, ਆਪਣੀ ਇਸ ਗੱਲ ਨੂੰ ਥੋੜਾ ਜਿਹਾ ਸਮਝੀਏ ਵੀ ਜੇ ਮੇਰੀ ਉਮਰ ਜਿਹੜੀ ਹੈ ਉਹ 50 ਸਾਲ ਹੈ ਜਾਂ ਈਵਨ ਇੱਥੋਂ ਤੱਕ ਮੰਨ ਲਓ ਵੀ 25 ਸਾਲ ਦੀ ਹੈ। 25 ਸਾਲ ਦੇ ਵਿੱਚੋਂ ਚਲੋ ਮੰਨ ਲਓ ਕਿ 15 ਸਾਲ ਤੋਂ ਮੈਂ ਪਾਠ ਆਰੰਭ ਕੀਤਾ, 15 ਸਾਲ ਤੋਂ ਲੈ ਕੇ 25 ਸਾਲ ਤੱਕ 10 ਸਾਲ ਹੋ ਗਏ ਪਾਠ ਕਰਦੇ ਹਾਂ। 10 ਸਾਲ ਵੀ ਜੇ ਮੈਂ ਚੰਗੀ ਤਰ੍ਹਾਂ ਮਤਲਬ ਜਪਜੀ ਸਾਹਿਬ ਬਾਰ-ਬਾਰ ਮੈਂ ਪੜ੍ਹ ਰਿਹਾ ਤੇ ਕਈ ਵਾਰ ਕਈ ਕਹਿੰਦੇ ਨਾ ਵੀ ਬਾਰ-ਬਾਰ ਪਾਠ ਕਿਉਂ ਕਰਦੇ ਆ। ਜਿਹੜੇ ਇਹ ਗੱਲ ਕਹਿੰਦੇ ਉਹਨੂੰ ਕਦੇ ਪੁੱਛ ਕੇ ਦੇਖੋ ਵੀ ਭਰਾਵੋ ਤੁਸੀਂ ਕਿੰਨੀ ਵਾਰ ਪਾਠ ਕੀਤਾ ਹੈ, ਤੁਸੀਂ ਕਿੰਨੀ ਵਾਰ ਬਾਣੀ ਪੜ੍ਹੀ ਹੈ? ਉਹ ਕਹਿੰਦੇ ਹਾਂਜੀ ਪੜ੍ਹੀ ਹੈ। ਉਹਨਾਂ ਨੂੰ ਪੁੱਛੇ ਵੀ ਤੁਸੀਂ ਇੱਕ ਵਾਰ ਜਪਜੀ ਸਾਹਿਬ ਦੇ ਅਰਥ ਕਰਕੇ ਦਿਖਾਓ, ਤੁਸੀਂ ਇੱਕ ਵਾਰ ਦੱਸੋ ਨਾ ਵੀ ਜਪਜੀ ਸਾਹਿਬ ਕਹਿਣਾ ਕੀ ਚਾਹੁੰਦਾ, ਗੁਰੂ ਸਾਹਿਬ ਕਹਿਣਾ ਕੀ ਚਾਹੁੰਦੇ ਉਹਦੇ ਵਿੱਚ। ਨਹੀਂ ਪਤਾ। ਤੋ ਜੇ ਮੈਨੂੰ ਵੀ ਅਜੇ 10 ਸਾਲ ਗੁਰਬਾਣੀ ਦਾ ਪਾਠ ਕਰਦਿਆਂ ਕਰਦਿਆਂ ਅਜੇ ਵੀ ਥੋੜੀ ਥੋੜੀ ਸਮਝ ਆਉਣੀ ਸ਼ੁਰੂ ਹੋਈ ਤੇ ਫਿਰ ਮੈਂ ਕਿਉਂ ਬਾਣੀ ਦੇ ਪਾਠ ਨੂੰ ਛੱਡਾਂ?
ਜਿਵੇਂ ਇੱਕ ਬੱਚਾ ਹੋਵੇ ਨਾ, ਉਹ ਇੱਕ ਸਬਜੈਕਟ ਦੀ ਤਿਆਰੀ ਕਰ ਰਿਹਾ, ਤਿਆਰੀ ਕਰਦਾ ਕਰਦਾ ਮੰਨ ਲਓ ਉਹ ਅੱਧੀ ਕੁ ਬੁੱਕ ਪੜ੍ਹ ਦੇਵੇ ਤੇ ਉਦੋਂ ਬਾਅਦ ਅੱਧੀ ਕੁ ਰੱਖ ਦੇ, ਜੀ ਲੈ ਜੀ ਤਿਆਰੀ ਹੋ ਗਈ, ਬਸ ਹੁਣ ਲੋੜ ਹੀ ਨਹੀਂ ਆ। ਕੁਝ ਕੁ ਨੰਬਰਾਂ ਦੇ ਨਾਲ ਉਹ ਪਾਸ ਜ਼ਰੂਰ ਹੋ ਸਕਦਾ, ਪਰ ਜਿਹੜਾ ਰੁਤਬਾ ਹੈ, ਜਿਹੜਾ ਪਹਿਲ ਸਥਾਨ ਤੇ ਉਹਨੇ ਪਹੁੰਚਣਾ ਸੀ, ਪ੍ਰਥਮ ਸਥਾਨ ਦੇ ਉੱਤੇ ਉਹਨੇ ਪਹੁੰਚਣਾ ਸੀ, ਫਿਰ ਉੱਥੇ ਤੇ ਪਹੁੰਚਿਆ ਹੀ ਨਹੀਂ ਉਹ। ਉੱਥੇ ਪਹੁੰਚਣ ਦੇ ਲਈ ਤੇ ਸਾਰਾ ਪੜ੍ਹਨਾ ਪੈਣਾ ਸੀ ਨਾ ਮੈਨੂੰ। ਤੋ ਇਸ ਕਰਕੇ ਕਿਤੇ ਨਾ ਕਿਤੇ ਅਧੂਰੀਆਂ ਚੀਜ਼ਾਂ ਦੇ ਵਿੱਚ ਖੱਚੇ ਬੰਦੇ ਇਹ ਗੱਲਾਂ ਆਮ ਤੌਰ ਤੇ ਕਰਦੇ ਆ ਵੀ ਬਾਣੀ ਛੱਡ ਦਿਓ ਜੀ। ਤੇ ਇਹ ਅਰਥ ਹੈ ਜੀ, ਕੋਈ ਸਾਨੂੰ ਲੱਖ ਕਹੇ ਵੀ ਬਾਣੀ ਛੱਡੋ, ਪਰ ਇਹ ਚੇਤੇ ਰੱਖਿਓ ਬਾਣੀ ਕਦੇ ਨਾ ਛੱਡੀਏ, ਕਿਉਂਕਿ ਬਾਣੀ ਦੇ ਕੁਝ ਐਦਾਂ ਦੇ ਮਤਲਬ ਸ਼ਬਦ ਨੇ, ਜਦੋਂ ਉਹਨਾਂ ਨੂੰ ਪੜ੍ਹਦੇ ਆ ਨਾ ਆਪਾਂ, ਹਾਲਾਂਕਿ ਏਕ ਓਂਕਾਰ ਅਸੀਂ ਪੜ੍ਹਿਆ ਜ਼ਰੂਰ ਹੁੰਦਾ, ਪਤਾ ਵੀ ਹੁੰਦਾ ਵੀ ਅਰਥ ਪਰਮਾਤਮਾ ਇੱਕ ਹੈ, ਪਰ ਕਈ ਵਾਰ ਪੜ੍ਹਦੇ ਪੜ੍ਹਦੇ ਮਨ ਦੇ ਵਿੱਚ ਕਈ ਵਾਰ ਅਵਸਥਾ ਐਦਾਂ ਦੀ ਬਣੀ ਹੁੰਦੀ ਹੈ, ਕਈ ਵਾਰ ਕਹਿ ਲਓ ਵੀ ਮਾਹੌਲ ਐਦਾਂ ਦਾ ਬਣਿਆ ਹੁੰਦਾ, ਬੰਦਾ ਸਮਝਦਾ ਵੀ ਇੱਥੇ ਏਕ ਓਂਕਾਰ ਬਿਲਕੁਲ ਟੁਕਦਾ ਹੈ। ਪੜ੍ਹਨ ਔਰ ਜ਼ਿੰਦਗੀ 'ਚ ਹਟਾਉਣ ਦਾ ਬੜਾ ਵੱਡਾ ਫਰਕ ਹੁੰਦਾ ਸਾਸ ਨੂੰ। ਤੋ ਖੈਰ ਇੱਕ ਗੱਲ ਇਹ ਹੈ ਵੀ ਉਹ ਬਿਲਕੁਲ ਚਟਾਨ ਦੇ ਵਰਗਾ ਹੈ। ਉਸ ਤੋਂ ਬਾਅਦ ਸਤਿਗੁਰੂ ਕਹਿੰਦੇ ਵੀ ਮਨਮੁਖ ਦੀ ਅਗਲੀ ਨਿਸ਼ਾਨੀ ਇਹ ਹੈ, ਘਰ ਹੀ ਮਹਿ ਅੰਮ੍ਰਿਤ ਭਰਪੂਰ ਹੈ, ਮਨ ਮੁਖਾਂ ਸਾਧ ਨਾ ਪਾਏ। ਉਹਦੇ ਹਿਰਦੇ ਦੇ ਵਿੱਚ ਕਹਿੰਦੇ ਅੰਮ੍ਰਿਤ ਜ਼ਰੂਰ ਹੈ, ਆਤਮਿਕ ਜੀਵਨ ਵਾਲਾ ਰਸ ਜ਼ਰੂਰ ਹੈ, ਪਰ ਸਤਿਗੁਰੂ ਕਹਿੰਦੇ ਉਹਦੇ ਅੰਦਰ ਇਹ ਕੁਝ ਹੋਣ ਦੇ ਬਾਵਜੂਦ ਵੀ ਉਹਦਾ ਸਵਾਦ ਚੱਖ ਹੀ ਨਹੀਂ ਪਾਉਂਦਾ। ਉਹ ਲੱਭਦਾ ਬਾਹਰ ਫਿਰਦਾ ਨਾ, ਕਦੇ ਕਿਸੇ ਪਖੰਡੀ ਦੇ ਕੋਲ ਚਲਾ ਗਿਆ, ਕਦੇ ਕਿਸੇ ਦੇਹਧਾਰੀ ਦੇ ਕੋਲ ਚਲਾ ਗਿਆ, ਤੋ ਉਹਨੂੰ ਜਦੋਂ ਘਰੇ ਹੀ ਨਹੀਂ ਮਿਲਿਆ ਤੇ ਸਤਿਗੁਰੂ ਕਹਿੰਦੇ ਬਾਹਰ ਜਾ ਕੇ ਕੀ ਮਿਲੇਗਾ। ਤੇ ਅੱਗੇ ਐਗਜ਼ਾਮਪਲ ਵੀ ਦੇ ਦਿੱਤੀ ਗੁਰੂ ਸਾਹਿਬ ਨੇ, ਕਹਿੰਦੇ ਜਿਉਂ ਕਸਤੂਰੀ ਮਿਰਗ ਨਾ ਜਾਣੇ ਭਰਮ ਦਾ ਭਰਮ ਭੁਲਾਇਆ। ਜਿਵੇਂ ਇੱਕ ਹਿਰਨ ਹੋਵੇ ਨਾ, ਹਿਰਨ, ਤੇ ਕਹਿੰਦੇ ਉਹਦੇ ਨਾਭੀ ਦੇ ਵਿੱਚ ਇੱਕ ਕਸਤੂਰੀ ਹੁੰਦੀ ਹੈ, ਉਹਦੀ ਸਮੈਲ ਬੜੀ ਹੈ। ਮੈਂ ਇੱਕ ਵਾਰ ਨਾ ਟ੍ਰੇਨ ਦੇ ਵਿੱਚ ਜਾ ਰਿਹਾ ਸਾਂ ਤੇ ਮੈਂ ਉੱਥੇ ਨਾ ਉਹ ਕਸਤੂਰੀ ਦੇ ਇੱਕ ਵਾਰ ਦਰਸ਼ਨ ਵੀ ਕੀਤੇ, ਬੜੀ ਮਤਲਬ ਸਮੈਲ ਉਹਦੀ ਵੱਖਰੀ ਜਿਹੀ ਹੈ। ਕਈ ਵਾਰ ਜਦੋਂ ਰਾਜਸਥਾਨ ਦੇ ਸਾਈਡ ਤੇ ਜਾਈਦਾ ਨਾ, ਉੱਥੇ ਆਮ ਤੌਰ ਤੇ ਉਹ ਵੇਚਦੇ ਆ। ਮੈਂ ਇੱਕ ਦਿਨ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਕੀ ਚੀਜ਼ ਹੈ? ਉਹਨਾਂ ਦੱਸਿਆ, ਕਹਿੰਦੇ ਜੀ ਇਹ ਕਸਤੂਰੀ ਹੈ। ਮੈਂ ਕਿਹਾ ਬਾਬਾ ਜੀ ਦੀ ਬਾਣੀ ਦੇ ਵਿੱਚੋਂ ਦਰਸ਼ਨ ਬੜੇ ਕੀਤੇ ਆ, ਪੜ੍ਹਿਆ ਜ਼ਰੂਰ ਹੈ, ਪਰ ਅੱਜ ਅੱਖੀਂ ਵੀ ਇੱਕ ਵਾਰ ਵੇਖ ਲਿਆ। ਤੋ ਇਸ ਕਰਕੇ ਵੀ ਗੁਰੂ ਸਾਹਿਬ ਕਹਿੰਦੇ ਵੀ ਘਰ ਦੇ ਵਿੱਚ ਅੰਮ੍ਰਿਤ ਜ਼ਰੂਰ ਹੈ, ਪਰ ਇਹ ਮਨਮੁਖੀ ਇਨਸਾਨ ਉਹਦਾ ਸਵਾਦ ਹੀ ਨਹੀਂ ਚੱਖ ਪਾਉਂਦਾ। ਮੇਰੇ ਘਰ ਦੇ ਵਿੱਚ ਸਭ ਕੁਝ ਹੈ ਨਾ, ਤੇ ਮੇਰਾ ਗੁਰੂ ਵੀ ਇਹ ਗੱਲ ਕਹਿੰਦਾ ਵੀ ਜਿੰਨੇ ਵੀ ਦੁੱਖ ਨੇ ਗੁਰੂ ਦੇ ਅੱਗੇ ਰੱਖ ਦੇ, ਜਿੰਨਾ ਵੀ ਪਲੜਾ ਹੈ ਉਹ ਗੁਰੂ ਦੇ ਸਾਹਮਣੇ ਰੱਖ ਦੇ, ਪਾਤਸ਼ਾਹ ਸਾਰਾ ਕੁਝ ਤੇਰੇ ਅੱਗੇ ਹੈ। ਹੁਣ ਤੂੰ ਵੇਖਣਾ ਵੀ ਮੇਰੇ ਜੀਵਨ ਦੇ ਵਿੱਚ ਕਿੰਨੇ ਦੁੱਖਾਂ ਨੂੰ ਘੱਟ ਕਰਨਾ ਹੈ, ਜਾਂ ਮੈਨੂੰ ਕਿੰਨੀ ਸੋਝੀ ਦੇਣੀ ਹੈ, ਕਿੰਨੀ ਤਾਕਤ ਦੇਣੀ ਹੈ ਵੀ ਇਹਨਾਂ ਦੁੱਖਾਂ ਦਾ ਮੈਂ ਸਾਹਮਣਾ ਕਰ ਸਕਾਂ, ਤੇ ਤੇਰੇ ਹੱਥ ਦੇ ਵਿੱਚ ਹੈ ਨਾ। ਜਿਵੇਂ ਅਸੀਂ ਕਥਾ ਵਿਚਾਰ ਸ਼ੁਰੂ ਕਰਨ ਤੋਂ ਪਹਿਲਾਂ ਨਾ ਇੱਕ ਸ਼ਲੋਕ ਪੜ੍ਹ ਰਹੇ ਸਾਂ, ਨਿਰਗੁਣ ਯਾਰ ਇਹ ਆਨੇ ਆ, ਸਾਰੇ ਪੜੋ ਜੀ, ਨਿਰਗੁਣ ਯਾਰ ਇਹ ਆਨੇ ਆ, ਸੋ ਪ੍ਰਭ ਸਦਾ ਸੰਭਾਲ ਜਿਨ ਕੀਆ ਤਿਸ ਚੀਤ ਰੱਖ, ਨਾਨਕ ਨਿਭਹੀ ਨਾਲ। ਨਿਰਗੁਣ ਯਾਰ ਦਾ ਅਰਥ ਹੁੰਦਾ ਵੀ ਜਿਹਦੇ ਵਿੱਚ ਬਿਲਕੁਲ ਕੋਈ ਵੀ ਗੁਣ ਨਹੀਂ ਹੈ, ਗੁਣਾ ਤੋਂ ਰਹਿਤ ਹੈ। ਹੇ ਇਆਣੇ, ਹੇ ਨਾ ਸਮਝ ਜੀਵ, ਤੂੰ ਰੱਬ ਜੀ ਦੇ ਨਾਮ ਨੂੰ ਚੇਤੇ ਕਿਉਂ ਨਹੀਂ ਕਰਦਾ? ਪਰ ਨਾਲ ਵੀ ਗੁਰੂ ਨਾਨਕ ਸਾਹਿਬ ਵੀ ਕਹਿੰਦੇ ਨਾ, ਜਦੋਂ ਜਪਜੀ ਸਾਹਿਬ ਦੇ ਉਹ ਤੁਕ ਨੂੰ ਅਸੀਂ ਨਾਲ ਮਿਲਾਵਾਂਗੇ ਨਾ, ਇਹ ਬਾਣੀ ਦੇ ਇੱਕ ਕਹਿ ਲਓ ਪੈਮਾਨੇ ਆ, ਪਾਨੇ ਕਹਿ ਲਓ, ਜਿੱਦਾਂ ਨਾ ਇੱਕ ਟਾਇਰ ਨੂੰ ਖੋਲੀਦਾ, ਮਕੈਨਿਕ ਇੱਕ ਟਾਇਰ ਖੋਲਦਾ ਨਾ, ਉਹਦੇ ਲਈ ਪਾਨੇ ਵਰਤਦਾ ਹੈ, ਅਲੱਗ-ਅਲੱਗ ਜੰਤਰ ਵਰਤ ਵੀ ਇਹਦੇ ਵਿੱਚੋਂ ਟਾਇਰ ਕੱਢਣਾ ਹੈ, ਟਾਇਰ ਬਦਲਣਾ ਹੈ। ਹਰ ਇੱਕ ਚੀਜ਼, ਜਦੋਂ ਵੀ ਕੋਈ ਵੀ ਜੰਤਰ ਤਿਆਰ ਹੁੰਦਾ ਉਹਨੂੰ ਖੋਲਣ ਦੇ ਲਈ ਕੁਝ ਨਾ ਕੁਝ ਜ਼ਰੂਰ ਹੈ। ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਉਹ ਪਾਨੇ ਆ ਸਾਡੇ ਲਈ, ਵੀ ਸਾਡੇ ਮਨ ਦੀਆਂ ਜਿਹੜੇ ਵਿੱਚ ਘੁੰਡੀਆਂ ਫਸੀਆਂ ਹੋਈਆਂ ਨੇ ਨਾ, ਉਹਨਾਂ ਘੁੰਡੀਆਂ ਨੂੰ ਗੁਰੂ ਪਾਤਸ਼ਾਹ ਖੋਲਦੇ ਆ। ਤੋ ਜਦੋਂ ਉਹ ਤੁਕਾਂ ਨੂੰ ਨਾਲ ਲਾ ਕੇ ਫਿਰ ਮਨ ਕਿਤੇ ਜਾ ਕੇ ਸਮਝ ਵੀ ਜਾਂਦਾ ਹੈ। ਸਤਿਗੁਰੂ ਕਹਿੰਦੇ ਕੋਈ ਗੱਲ ਨਹੀਂ, ਜੇ ਨਿਰਗੁਣਾਰ ਹੋ ਗਿਆ, ਜੇ ਇਆਣਾ ਹੋ ਗਿਆ, ਚਿੰਤਾ ਨਾ ਕਰ ਇਸ ਗੱਲ ਦੀ। ਨਾਲੇ ਵੀ ਕਹਿ ਦਿੱਤਾ, ਨਾਨਕ ਨਿਰਗੁਣ ਗੁਣ ਕਰੇ, ਗੁਣਵੰਤੇ ਆ ਗੁਣ ਦੇ। ਚਿੰਤਾ ਨਾ ਕਰ, ਉਹ ਪਰਮਾਤਮਾ ਦੇ ਵਿੱਚ ਉਹ ਪਾਵਰ ਹੈ, ਉਹ ਸਮਰੱਥਾ ਹੈ। ਤਿੱਥੈ ਤੂੰ ਸਮਰੱਥ, ਅਸੀਂ ਹੁਣੇ ਪੜ੍ਹ ਕੇ ਹਟੇ ਹਾਂ ਜੀ, ਤਿੱਥੈ ਤੂੰ ਸਮਰੱਥ ਜਿੱਥੈ ਕੋਏ ਨਾਹੇ, ਉਥੈ ਤੇਰੀ ਰੱਖ ਅਗਨੀ ਉਦਰ ਮਾਹੇ, ਸੁਣ ਕੇ ਜਮ ਕੇ ਦੂਤ ਨਾਏ ਤੇਰੇ ਛੱਡ ਜਾਹੇ। ਜਿੱਥੇ ਕਿਸੇ ਦੀ ਵੀ ਸਮਰੱਥਾ ਨਹੀਂ ਹੁੰਦੀ, ਤੇ ਸਤਿਗੁਰੂ ਕਹਿੰਦੇ ਉੱਥੇ ਅਕਾਲ ਪੁਰਖ ਖੁਦ ਆ ਕੇ ਨੂੰ ਆਸਰਾ ਦਿੰਦਾ ਹੈ। ਇਹ ਸਮਰੱਥਾ ਹੈ ਜੀ ਉਹਦੀ। ਤੇ ਮਨਮੁਖ ਇਨਸਾਨ ਤੂੰ ਚਿੰਤਾ ਨਾ ਕਰ, ਜੇ ਮਨਮੁਖ ਹੋ ਗਿਆ
ਮਨਮੁਖ ਕੋਈ ਸਰੀਰ ਥੋੜੀ ਹੈ, ਮਨਮੁਖ ਤੇ ਸਾਡੀ ਬੁੱਧੀ ਹੈ ਨਾ, ਚਲਾ ਹੀ ਰਹੀ ਹੈ ਸਾਨੂੰ ਅਸਲ 'ਚ। ਤੋ ਇਸ ਕਰਕੇ ਗੁਰੂ ਸਾਹਿਬ ਕਹਿੰਦੇ ਚਿੰਤਾ ਨਾ ਕਰ, ਜਿਸ ਦਿਨ ਵਾਹਿਗੁਰੂ ਜੀ ਦੇ ਨਾਮ ਦੇ ਨਾਲ ਜੁੜੇਗਾ ਨਾ, ਉਹ ਤੇ ਨਿਰਗੁਣਾ ਨੂੰ ਵੀ ਗੁਣ ਬਖਸ਼ ਦਿੰਦਾ ਤੇ ਤੂੰ ਤੇ ਫਿਰ ਵੀ ਮਨਮੁਖੀ ਹੈ ਨਾ, ਮਨ ਦੇ ਪਿੱਛੇ ਚੱਲਣ ਵਾਲਾ ਹੈ। ਤੇਰੇ ਜੀਵਨ ਦੇ ਵਿੱਚ ਕਦੇ ਏਦਾਂ ਦਾ ਵੀ ਮੋੜ ਆਏਗਾ ਵੀ ਇੱਕ ਦਿਨ ਤੇਰਾ ਮਨ ਖੁਦ ਕਹੇਗਾ ਕਿ ਹੇ ਮਨ ਕਹੋ ਨਾਨਕ ਹਰਿ ਭਜ ਮਨਾ, ਰੱਬ ਜੀ ਦੇ ਨਾਮ ਨੂੰ ਭਜ। ਫਿਰ ਤੇਰਾ ਮਨ ਵੀ ਕਹੇਗਾ ਚੇਤਨਾ ਹੈ ਤੂੰ ਚੇਤ ਲੈ ਨਿਸ ਦਿਨ ਮੈਂ ਪ੍ਰਾਨੀ, ਅਵਸਥਾ ਬਣਦੀ ਉਹ ਜਗ੍ਹਾ ਦੇ ਉੱਤੇ। ਸੋ ਗੁਰੂ ਸਾਹਿਬ ਨੇ ਮਨਮੁਖ ਦੀ ਗੱਲ ਕੀਤੀ, ਇਹ ਤੇ ਚਲੋ ਅੱਜ ਦੀ ਵਿਚਾਰ ਦਾ ਆਪਣਾ ਸੀ। ਮੈਂ ਇੱਥੇ ਥੋੜਾ ਜਿਹਾ ਨਾਲ ਸਾਧ ਸੰਗਤ ਆਪ ਜੀ ਦੇ ਇੱਕ ਜਿਹੜਾ ਅੱਜ ਦੇ ਦਿਨ ਦੀ ਮਤਲਬ ਸਾਡੇ ਇਤਿਹਾਸ ਦੇ ਵਿੱਚ ਸਭ ਤੋਂ ਵੱਡੀ ਵਾਰਤਾ ਹੈ, ਸਭ ਤੋਂ ਵੱਡਾ ਇਤਿਹਾਸਕ ਦਿਨ ਹੈ, ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਜਿਹੜਾ ਗੁਰਤਾ ਗੱਦੀ ਦਿਵਸ ਹੈ, 11 ਜੂਨ ਸਨ 1606 ਈਸਵੀ। ਉਸ ਸਮੇਂ ਮਹਾਰਾਜ ਦੀ ਉਮਰ ਟੋਟਲ 11 ਸਾਲ ਦੀ ਹੈ। 1595 ਦੇ ਵਿੱਚ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਤੇ 1606 ਦੇ ਵਿੱਚ ਜਦੋਂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਸ਼ਹੀਦੀ ਹੁੰਦੀ ਹੈ ਤੇ ਪਾਤਸ਼ਾਹ ਖੁਦ ਆਪਣੇ ਸਪੁੱਤਰ ਨੂੰ ਗੁਰਤਾ ਗੱਦੀ ਦੇ ਕੇ ਨਵਾਜ਼ਦੇ ਆ। ਹਾਲਾਂਕਿ ਚਲੋ ਪਹਿਲਾਂ ਵੀ ਅਸੀਂ ਥੋੜੇ ਦਿਨ ਪਹਿਲਾਂ ਹੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਮਨਾ ਕੇ ਹਟੇ ਹਾਂ, ਪਰ ਮੈਂ ਅਰਜ਼ ਕਰ ਰਿਹਾ ਵੀ ਕੈਲੰਡਰਾਂ ਦੀ ਥੋੜੀ ਜਿਹੀ ਮਿਸਟੇਕ ਹੋ ਰਹੀ ਹੈ, ਪਰ ਫਿਰ ਵੀ ਸਾਨੂੰ ਚੇਤੇ ਰੱਖਣਾ ਚਾਹੀਦਾ ਵੀ ਇਹ ਪੁਰਾਤਨ ਜਿਹੜਾ ਚੱਲਦਾ ਆ ਰਿਹਾ ਮੂਲ ਨਾਨਕਸ਼ਾਹੀ ਅਨੁਸਾਰ, ਉਹ ਤੇ ਵੈਸੇ 16 ਜੂਨ ਦਾ ਹਰ ਸਾਲ ਆਉਂਦਾ ਹੈ, ਪਰ ਪਤਾ ਨਹੀਂ ਕਿਉਂ ਬਾਰ-ਬਾਰ ਸਾਡੇ ਜਿਹੜੇ ਕੈਲੰਡਰ ਆ ਕਈ ਵਾਰ ਬਦਲ ਜਾਂਦੇ ਆ, ਡੇਟਾਂ ਅੱਗੇ ਹੋ ਜਾਂਦੀਆਂ ਨੇ, ਕਦੇ ਪਿੱਛੇ ਹੋ ਜਾਂਦੀਆਂ। ਸੋ ਖੈਰ ਚਲੋ ਇਹ ਪੰਥਕ ਮਸਲਾ ਹੈ, ਪਰ ਇਸ ਕਰਕੇ ਅਰਜ਼ ਕਰ ਰਿਹਾ ਵੀ 16 ਜੂਨ ਨੂੰ ਤਕਰੀਬਨ ਮਤਲਬ ਪੁਰਾਤਨ ਜਿਹੜੀ ਆ ਉਹ ਚੱਲਦੀ ਆ ਰਹੀ ਹੈ ਡੇਟ। ਤੋ ਉਹ ਤੋਂ 4-5 ਦਿਨ ਪਹਿਲਾਂ ਹੀ ਅਸਲ ਦੇ ਵਿੱਚ ਗੁਰੂ ਅਰਜਨ ਸਾਹਿਬ ਖੁਦ ਸਾਰੀ ਸੰਗਤ ਦੇ ਵਿੱਚ ਐਲਾਨ ਕਰਕੇ ਗਏ ਕਿ ਅੱਜ ਤੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਜਿਹੜੀ 6ਵੀਂ ਜੋਤ ਹੈ ਉਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਹੋਣਗੇ। ਜਦੋਂ ਇਹ ਗੱਲ ਗੁਰੂ ਸਾਹਿਬ ਨੇ ਕਹੀ ਸੀ ਨਾ, ਉਸ ਸਮੇਂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਮਤਲਬ ਜਿਹੜੇ ਨਾਲ ਦੇ ਭਰਾ ਸੀ, ਬਾਬਾ ਪ੍ਰਿਥੀ ਚੰਦ ਵਰਗੇ, ਬਾਬਾ ਮਹਾਦੇਵ ਵਰਗੇ, ਉਹਨਾਂ ਨੇ ਇਸ ਗੱਲ ਦੇ ਉੱਤੇ ਬੜੀ ਵਿਰੋਧਤਾ ਕੀਤੀ। ਉਹ ਕਹਿੰਦੇ ਵੀ ਪਹਿਲੀ ਗੱਲ ਤੇ ਸਾਡੇ ਨਾਲ ਪਹਿਲਾਂ ਹੀ ਧੋਖਾ ਹੋਇਆ। ਗੁਰੂ ਰਾਮਦਾਸ ਮਹਾਰਾਜ ਏਦਾਂ ਕਰਕੇ ਗਏ ਕਿ ਅਸੀਂ, ਬਾਬਾ ਪ੍ਰਿਥੀ ਚੰਦ ਕਹਿੰਦਾ ਕਿ ਮੈਂ ਸਭ ਤੋਂ ਵੱਡਾ ਵਾਂ, ਮੈਨੂੰ ਨਹੀਂ ਦੇ ਕੇ ਗਏ, ਸਭ ਤੋਂ ਛੋਟੇ ਪੁੱਤਰ ਨੂੰ ਦੇ ਕੇ ਗਏ ਆ, ਤੇ ਹੁਣ ਛੋਟਾ ਪੁੱਤਰ ਆਪਣੇ ਅਗਲੇ ਪੁੱਤਰ ਨੂੰ ਦੇ ਰਿਹਾ ਗੁਰਤਾ ਗੱਦੀ। ਫਿਰ ਸਾਨੂੰ ਪਤਾ ਵੀ ਅਗਲਾ ਜਿਹੜਾ ਜੀਵਨ ਹੈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਵੀ, ਉਹ ਮਤਲਬ ਜਿੱਦਾਂ ਗੁਰੂ ਅਵਸਥਾ ਦੇ ਵਿੱਚ ਰਹੇ ਆ ਤੇ ਉਹਨਾਂ ਦਾ ਜੀਵਨ ਇੱਕ ਰਾਜਿਆਂ ਵਰਗਾ, ਪਾਤਸ਼ਾਹਾਂ ਵਰਗਾ ਰਿਹਾ ਵਾ। ਚੂਲਾ ਪਹਿਨ ਕੇ ਰੱਖਦੇ ਸੀ ਮਹਾਰਾਜ, ਕਲਗੀ ਲਗਾ ਕੇ ਰੱਖਦੇ ਸੀ, ਉਹ ਹੱਥ 'ਚ ਬਾਜ ਸੀ ਉਹਨਾਂ ਦੇ। ਇਸੇ ਕਰਕੇ ਜਿਹੜੀ ਚੌਥੀ ਜੰਗ ਹੋਈ ਨਾ, ਉਹ ਅਸਲ 'ਚ ਇੱਕ ਬਾਜ ਦੀ ਝੜਪ ਹੋਈ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉਹ ਮਤਲਬ ਅਵਸਥਾ ਦੇ ਮਾਲਕ ਸੀ। ਜਦੋਂ ਵੀ ਕਹਿੰਦੇ ਵੀ, ਕਿਉਂਕਿ ਉਸ ਸਮੇਂ ਦੇ ਜਿਹੜੇ ਪੁਰਾਤਨ ਇਤਿਹਾਸਕਾਰ ਆ ਉਹ ਇਹ ਗੱਲ ਲਿਖਦੇ ਆ ਵੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਦੋਂ ਵੀ ਜੰਗ ਯੁੱਧ ਵਿੱਚ ਲੜਦੇ ਸੀ ਨਾ, ਕਹਿੰਦੇ ਲੜਾਈ ਇਸ ਤਰੀਕੇ ਦੇ ਨਾਲ ਕਰਦੇ ਸੀ ਜਿਵੇਂ ਉਹ ਦੁਸ਼ਮਣਾਂ ਨੂੰ ਸਿਖਾ ਰਿਹਾ ਵੀ ਵਾਰ ਕਿੱਦਾਂ ਕਰੀਦੇ ਆ। ਲਿਆਕਤ ਸੀ ਉਹਨਾਂ ਦੇ ਅੰਦਰ। ਜਦੋਂ ਉਹਨਾਂ ਨੇ ਮਤਲਬ ਮੀਰੀ ਪੀਰੀ ਦੀਆਂ ਕਿਰਪਾਨਾਂ ਪਹਿਨੀਆਂ ਨਾ, ਇਸ ਗੱਲ ਦਾ ਤਾਂ ਸਾਡਾ ਹੋਰ ਵੀ ਅੱਗੇ ਪੈ ਗਿਆ ਵੀ ਮਤਲਬ ਪ੍ਰਿਥੀ ਚੰਦ ਵਰਗੇ ਸਾਰੇ ਕਹਿਣ ਲੱਗੇ ਵੀ 5ਵੇਂ ਗੁਰੂ ਤੱਕ ਤੇ ਜੀ ਮਤਲਬ ਸ਼ਾਂਤੀਮਈ ਤਰੀਕੇ ਦੇ ਨਾਲ ਰਹੇ, ਹੁਣ 6ਵੇਂ ਪਾਤਸ਼ਾਹ ਨੇ ਅਲੱਗ ਹੀ ਪੰਥ ਚਲਾ ਲਿਆ। ਇਹ ਗੱਲਾਂ ਉਦੋਂ ਹੋਈਆਂ। ਪ੍ਰਿਥੀ ਚੰਦ ਦੇ ਬਾਰੇ ਤੁਸੀਂ ਪਿੱਛੇ ਪੜ੍ਹ ਕੇ ਵੇਖੋਗੇ ਨਾ, ਉਹ ਮਤਲਬ ਦਰਬਾਰ ਸਾਹਿਬ ਜਿਹੜਾ ਅੰਮ੍ਰਿਤਸਰ ਗੁਰੂ ਰਾਮਦਾਸ ਮਹਾਰਾਜ ਦੀ ਧਰਤੀ ਸੀ, ਇੱਕ ਸਮਾਂ ਉਹ ਵੀ ਆਇਆ ਵੀ ਉਹਨੇ ਪੂਰਾ ਅੰਮ੍ਰਿਤਸਰ ਦਾ ਇਲਾਕਾ ਬਲੌਕ ਕਰਵਾਤਾ, ਸੰਗਤ ਨੂੰ ਆਉਣ ਦੀ ਥਾਂ ਹੀ ਨਹੀਂ ਸੀ। ਸੰਗਤ ਦਰਸ਼ਨਾਂ ਕਰਨ ਦੇ ਲਈ ਆਉਂਦੀ, ਉਹਨਾਂ ਨੂੰ ਡਰਾ ਡਰੂ ਕੇ ਭਜਾ ਦੇਣਾ। ਤੋ ਉਹ ਕੁਝ ਚੀਜ਼ਾਂ ਜਿਹੜੀਆਂ ਖਾਰ ਸੀ ਉਹ ਲੱਗਣੀ ਸ਼ੁਰੂ ਹੋਈ। ਤੋ ਫਿਰ ਵੀ ਇਹ ਸਾਨੂੰ ਸਮਝ ਲੈਣਾ ਚਾਹੀਦਾ ਵੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉਹਨਾਂ ਦਾ ਅੱਜ ਚਲੋ ਗੁਰਤਾ ਗੱਦੀ ਦਿਵਸ ਵੀ ਹੈ, ਪਰ ਇਹ ਵੀ ਨਾਲ ਸਾਨੂੰ ਸਾਂਝ ਰੱਖਣੀ ਚਾਹੀਦੀ ਹੈ। ਜਦੋਂ ਮਹਾਰਾਜ ਨੂੰ ਗਵਾਲੀਅਰ ਦੀ ਜੇਲ੍ਹ ਦੇ ਵਿੱਚ ਵੀ ਲੈ ਕੇ ਮਤਲਬ ਕੈਦ ਕੀਤਾ ਜਾਂਦਾ ਹੈ ਨਾ, ਤੇ ਉਸ ਵਕਤ ਵੀ ਪਾਤਸ਼ਾਹ ਗੁਰਬਾਣੀ ਦੇ ਪਾਠ ਦੇ ਨਾਲ ਬੜਾ ਜੁੜਦੇ ਆ। ਉਹਨਾਂ ਜੀਵਨ ਦੇ ਵਿੱਚ ਨਾ ਮਤਲਬ ਜਦੋਂ ਵੀ ਅਸੀਂ ਗੱਲ ਕਰਦੇ ਹਾਂ ਵੀ ਜਾਂ ਨੂਰ ਜਹਾਂ ਦੀ ਗੱਲ ਕਰਦੇ ਹਾਂ ਵੀ ਜਹਾਂਗੀਰ ਦੀ ਘਰ ਵਾਲੀ ਜਦੋਂ ਪਾਤਸ਼ਾਹ ਦੇ ਕੋਲ ਆਉਂਦੀ ਆ, ਉਦੋਂ ਵੀ ਉਹ ਗੁਰਬਾਣੀ ਦੇ ਵਿੱਚ ਪੂਰੀ ਤਰ੍ਹਾਂ ਭਿੰਨੇ ਹੋਏ ਆ।
ਈਵਨ ਇੱਥੋਂ ਤੱਕ ਕਿ ਗੁਰੂ ਅਮਰਦਾਸ ਮਹਾਰਾਜ ਜੀ ਦੀ ਗੱਲ ਕਰਦੇ ਹਾਂ, 72 ਸਾਲ ਦੀ ਉਮਰ ਹੈ, 72 ਸਾਲ ਦਾ ਬਜ਼ੁਰਗ ਜਿਨ੍ਹਾਂ ਨੂੰ ਅਸੀਂ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਆ, ਉਹਨਾਂ ਦੇ ਹੱਥ ਦੇ ਵਿੱਚ ਵੀ ਪੋਥੀ ਹੈ ਤੇ ਪੋਥੀ ਦੇ ਵਿੱਚੋਂ ਪਾਠ ਕਰ ਰਹੇ ਆ। ਇਹਦਾ ਅਰਥ ਹੈ ਵੀ ਬਾਣੀ ਦੇ ਨਾਲ ਬੜਾ ਜੁੜੇ ਹੋਏ ਸੀ। ਇੱਕ ਵਾਰ ਨਾ ਬਾਬਾ ਲਹਿਣਾ ਜੀ ਤੇ ਹੋਰ ਵੀ ਜਿੰਨੇ ਗੁਰਸਿੱਖ ਸੀ ਸਾਰੇ ਨਾ ਇੱਕ ਜਗ੍ਹਾ ਦੇ ਉੱਤੇ ਬੈਠੇ ਹੋਏ, ਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕੌਤਕ ਬੜਾ ਪਿਆਰਾ ਕੀਤਾ ਉੱਥੇ। ਉਹਨਾਂ ਨੇ ਕੀ ਕੀਤਾ ਨਾ ਵੀ ਹੁਣ ਇੱਥੇ ਮੈਂ ਪਹਿਲਾਂ ਇੱਕ ਅਰਜ਼ ਕਰ ਦਵਾਂ ਸੰਗਤ ਦੇ ਨਾਲ ਵੀ ਅਸੀਂ ਸਿਰਫ ਦ੍ਰਿਸ਼ਟਮਾਨ ਚੀਜ਼ਾਂ ਤੱਕ ਸੀਮਤ ਹਾਂ। ਅਸੀਂ ਕਹਿੰਦੇ ਵੀ ਜੋ ਚੀਜ਼ਾਂ ਦਿਖਦੀਆਂ ਨੇ ਬਸ ਓਨਾ ਕੀ ਹੈ, ਇਹ ਤੋਂ ਅੱਗੇ ਕੁਝ ਵੀ ਨਹੀਂ। ਪਰ ਸਾਨੂੰ ਇਹ ਨਹੀਂ ਪਤਾ ਵੀ ਸਾਡੀ ਦ੍ਰਿਸ਼ਟੀ ਤੋਂ ਬਿਨਾਂ ਬੜਾ ਕੁਝ ਹੈ। ਅੱਜ ਖੋਜਾਂ ਕਰਨ ਵਾਲੇ ਵੀ ਇਹ ਗੱਲ ਕਹਿ ਰਹੇ ਆ ਵੀ ਅਸੀਂ ਬੜਾ ਖੋਜਾਂ ਕਰ ਲਈਆਂ, ਪਰ ਅਜੇ ਤੱਕ ਵੀ ਬੜੀਆਂ ਇੱਦਾਂ ਦੀਆਂ ਚੀਜ਼ਾਂ ਨੇ ਜਿਨ੍ਹਾਂ ਦੀ ਅਸੀਂ ਖੋਜ ਨਹੀਂ ਕਰ ਪਾਏ। ਬਾਕੀ ਤੇ ਛੱਡੋ, ਸਾਡੀ ਧਰਤੀ ਦੀ ਹੀ ਗੱਲ ਕਰ ਲਓ। ਇਹੋ ਜਿਹੇ ਮਤਲਬ ਵਿਸ਼ਾਣੂ ਨੇ, ਜੀਵ ਨੇ ਜਿਨ੍ਹਾਂ ਨੂੰ ਅਸੀਂ ਵੇਖ ਨਹੀਂ ਸਕਦੇ, ਉਹ ਵੀ ਇੱਥੇ ਮੌਜੂਦ ਨੇ। ਅਸੀਂ ਆਪਣੇ ਮਨ ਦੇ ਵਿੱਚ ਕਦੇ ਕਲਪਨਾ ਵੀ ਨਹੀਂ ਕੀਤੀ ਹੋਏਗੀ ਵੀ ਉਹ ਵੀ ਚੀਜ਼ਾਂ ਇੱਥੇ ਨੇ। ਪਰ ਫਿਰ ਵੀ ਵੇਖੋ ਮਾਲਕ ਦੇ ਕਿਹੋ ਜਿਹੇ ਰੰਗ ਨੇ ਵੀ ਭਾਂਤ ਭਾਂਤ ਦੇ ਵਿੱਚ ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ ਮਾਇਆ ਜਿਹਨੂੰ ਪਾਈ, ਵੀ ਰੰਗਾਂ ਰੰਗਾਂ ਦੇ ਵਿੱਚ ਭਾਂਤਾਂ ਭਾਂਤਾਂ ਦੇ ਵਿੱਚ। ਉੱਥੇ ਮਾਇਆ ਦਾ ਅਰਥ ਹੈ ਵੀ ਸੰਸਾਰ, ਮਾਇਆ ਦੇ ਅਰਥ ਸੰਸਾਰ ਵੀ ਆਇਆ ਗੁਰਬਾਣੀ ਦੇ ਵਿੱਚ, ਉਹਦਾ ਭੁਲੇਖਾ ਵੀ ਹੈ, ਧਨ ਦੌਲਤ ਦੇ ਰੂਪ ਦੇ ਵਿੱਚ ਵੀ ਆਇਆ। ਹਰ ਇੱਕ ਪੱਖ ਦੇ ਉੱਤੇ ਮਹਾਰਾਜ ਨੇ ਮਾਇਆ ਸ਼ਬਦ ਵਰਤੇ। ਉਹ ਕਹਿੰਦੇ ਵੀ ਸੰਸਾਰ ਨੂੰ ਇਸ ਤਰੀਕੇ ਦੇ ਨਾਲ ਮਾਲਕ ਨੇ ਬਣਾਇਆ ਵੀ ਭਾਂਤ ਭਾਂਤ ਦੇ ਜੀਵ ਉਹਨਾਂ ਨੇ ਤਿਆਰ ਕੀਤੇ ਜਿਨ੍ਹਾਂ ਦੀ ਅੱਜ ਖੋਜ ਵੀ ਨਹੀਂ ਹੋਈ। ਤੇ ਬਾਬਾ ਲਹਿਣਾ ਜੀ ਉੱਥੇ ਬੈਠੇ ਹੋਏ ਆ, ਅੱਜ ਗੁਰਤਾ ਗੱਦੀ ਤੇ ਨਹੀਂ ਆਉ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਨਾ ਸੰਗਤ ਆਈ, ਮਤਲਬ ਕੁਝ ਟਕੇ ਰੱਖ ਰਹੇ ਆ, ਉਸ ਸਮੇਂ ਟਕੇ ਚੱਲਦੇ ਸੀ, ਮਤਲਬ ਟਕੇ ਰੱਖੇ ਤੇ ਮੱਥਾ ਟੇਕ ਕੇ ਸਾਰੇ ਜਾਣੇ ਬੈਠ ਰਹੇ ਆ। ਉਸੇ ਸਮੇਂ ਨਾ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇੱਕ ਛੋਟਾ ਜਿਹਾ ਕੌਤਕ ਕੀਤਾ। ਉਹਨਾਂ ਨੇ ਇੱਕ ਟਕਾ ਚੁੱਕਿਆ, ਹੱਥ ਦੇ ਵਿੱਚ ਫੜਿਆ ਤੇ ਸਾਰੀ ਸੰਗਤ ਨੂੰ ਪੁੱਛਿਆ ਵੀ ਦੱਸੋ ਸਾਰੇ ਜਾਣੇ ਮੇਰੇ ਹੱਥ ਦੇ ਵਿੱਚ ਕੀ ਹੈ। ਸਾਰਿਆਂ ਨੇ ਕਿਹਾ ਵੀ ਜਿੰਨੇ ਵੀ ਬੈਠੇ ਸੀ, ਬਾਬਾ ਪ੍ਰੀਤੀ ਚੰਦ ਜੀ, ਬਾਬਾ ਸ਼੍ਰੀ ਚੰਦ ਜੀ, ਬਾਬਾ ਲਖਮੀ ਦਾਸ ਜੀ, ਹੋਰ ਵੀ ਜਿੰਨੇ ਬੈਠੇ, ਉਹ ਕਹਿੰਦੇ ਮਹਾਰਾਜ ਤੁਹਾਡੇ ਹੱਥ ਦੇ ਵਿੱਚ ਇੱਕ ਟਕਾ ਹੈ, ਜਾਂ ਕਹਿ ਲਓ ਅੱਜ ਦੀ ਭਾਸ਼ਾ ਵਿੱਚ ਵੀ 1 ਰੁਪਈਆ ਹੈ। ਸਾਰਿਆਂ ਨੂੰ ਪੁੱਛਿਆ। ਉਸ ਤੋਂ ਬਾਅਦ ਜਦੋਂ ਵਾਰੀ ਸਾਰਿਆਂ ਨੂੰ ਪੁੱਛਣ ਤੋਂ ਬਾਵਜੂਦ ਗੁਰੂ ਸਾਹਿਬ ਨੇ ਜਦੋਂ ਭਾਈ ਲਹਿਣਾ ਜੀ ਨੂੰ ਪੁੱਛਿਆ, ਹਾਲਾਂਕਿ ਸਾਰੇ ਆਪਣੀ ਜਗ੍ਹਾ ਤੇ ਸਹੀ ਸੀ ਵੀ ਹਾਂ ਟਕਾ ਹੀ ਚੁੱਕਿਆ, ਰੁਪਈਆ ਹੀ ਚੁੱਕਿਆ, ਪਰ ਗੁਰੂ ਸਾਹਿਬ ਦੀਆਂ ਰਮਜ਼ਾਂ ਜਿਹੜੀਆਂ ਨੇ ਉਹ ਅਲੱਗ ਹੀ ਨੇ ਨਾ ਦੁਨੀਆ ਦੇ ਵਿੱਚੋਂ। ਜਦੋਂ ਉਹ ਭਾਈ ਲਹਿਣਾ ਜੀ ਨੂੰ ਪੁੱਛਦੇ ਆ ਵੀ ਭਾਈ ਲਹਿਣਾ ਜੀ ਤੁਸੀਂ ਦੱਸੋ ਹੱਥ ਦੇ ਵਿੱਚ ਕੀ ਹੈ, ਇੱਕ ਵਾਰ ਤਾਂ ਨਾ ਮਤਲਬ ਬਿਲਕੁਲ ਚੁੱਪ ਕਰ ਗਏ, ਸ਼ਾਂਤਮਈ ਬਿਸਮਾਤ ਦੇ ਵਿੱਚ ਆ ਗਏ। ਥੋੜੇ ਕੁ ਸਮੇਂ ਕੀ ਹੋਇਆ ਵੀ ਜਦੋਂ ਉਹਨਾਂ ਨੇ ਵੇਖਿਆ ਨਾ ਵੀ ਚੁੱਪ ਕਰਕੇ, ਗੁਰੂ ਨਾਨਕ ਸਾਹਿਬ ਮਹਾਰਾਜ ਨੇ ਦੁਬਾਰਾ ਸਵਾਲ ਜਿਹੜਾ ਸੀ ਉਹ ਦੁਹਰਾਇਆ ਵੀ ਭਾਈ ਲਹਿਣਾ ਜੀ ਤੁਹਾਨੂੰ ਪੁੱਛਿਆ ਜਾ ਰਿਹਾ ਹੈ ਵੀ ਹੱਥ ਦੇ ਵਿੱਚ ਕੀ ਹੈ। ਤੇ ਭਾਈ ਲਹਿਣਾ ਜੀ ਦਾ ਬੜਾ ਪਿਆਰਾ ਜਵਾਬ ਹੈ। ਕਹਿਣ ਲੱਗੇ, ਕਹਿੰਦੇ ਵੀ ਸੱਚੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ, ਕਰੋੜਾਂ ਬ੍ਰਹਿਮੰਡਾਂ ਦੇ ਮਾਲਕ, ਉਹ ਕਿਹੜੀ ਚੀਜ਼ ਨਹੀਂ ਜਿਹੜੀ ਤੁਹਾਡੇ ਹੱਥ ਦੇ ਵਿੱਚ ਨਾ ਹੋਵੇ। ਸਾਰਾ ਸੰਸਾਰ ਹੀ ਤੁਹਾਡੇ ਹੱਥ ਦੇ ਵਿੱਚ ਹੀ ਹੈ ਨਾ। ਤੁਸੀਂ ਬਾਣੀ ਦੇ ਵਿੱਚ ਕਹਿੰਦੇ ਹੋ ਨਾ ਵੀ ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ। ਤੇ ਜਨਮ ਸਾਖੀ ਵਾਲਾ ਕਹਿੰਦਾ ਵੀ ਭਾਈ ਮਰਦਾਨਾ ਜੀ ਜਦੋਂ ਉਹਨਾਂ ਦੀ ਵਾਰਤਾਲਾਪ ਕਰਵਾਉਂਦਾ ਗੁਰੂ ਨਾਨਕ ਸਾਹਿਬ ਦੇ ਨਾਲ, ਤੇ ਉਹ ਕਹਿੰਦਾ ਵੀ ਤੇਰਾ ਸੁਣਿਆ ਤਾਂ ਖੁਦਾਏ ਵੀ ਮੰਨਦਾ ਹੈ। ਭਾਈ ਮਰਦਾਨਾ ਜੀ ਗੁਰੂ ਨਾਨਕ ਸਾਹਿਬ ਨੂੰ ਕਹਿੰਦੇ ਵੀ ਬਾਬਾ ਜੀ ਤੁਹਾਡਾ ਕਿਹਾ ਹੋਇਆ ਤੇ ਖੁਦਾ ਵੀ ਮੰਨ ਲੈਂਦਾ ਹੈ। ਤੁਸੀਂ ਤੇ ਖੁਦਾ ਦੀ ਜੋਤ ਹੋ, ਜੋਤ ਰੂਪ ਹਰ ਆਪ। ਆਪਾਂ ਬਾਣੀ ਦੇ ਵਿੱਚੋਂ ਵੀ ਪੜ੍ਹਦੇ ਹਾਂ, ਗੁਰੂ ਨਾਨਕ ਕਹਾਇਓ। ਤਾਂ ਬਾਬਾ ਜੀ ਨੇ ਕਿਹਾ, ਕਹਿੰਦੇ ਜੀ ਮੈਨੂੰ ਕਿਸੇ ਪੈਸੇ ਦੇ ਨਾਲ ਕੋਈ ਮੇਰਾ ਸੰਬੰਧ ਨਹੀਂ, ਨਾ ਮੈਂ ਵੇਖਿਆ ਵੀ ਕੋਈ ਟਕਾ ਚੁੱਕਿਆ। ਮੈਨੂੰ ਤੇ ਇੰਨਾ ਪਤਾ ਹੈ ਜਦੋਂ ਤੋਂ ਮੈਂ ਤੁਹਾਡੇ ਚਰਨਾਂ ਦੇ ਨਾਲ ਜੁੜਿਆ, ਮੈਨੂੰ ਇਸ ਗੱਲ ਦੀ ਸੋਚ ਕਿਹੜੀ ਚੀਜ਼ ਹੈ ਜਿਹੜੀ ਤੁਹਾਡੇ ਹੱਥ ਦੇ ਵਿੱਚ ਨਹੀਂ ਹੈ। ਸੋ ਇਸ ਕਰਕੇ ਅਰਜ਼ ਪਹਿਲਾਂ ਕਰ ਰਹੇ ਹਾਂ ਜੀ, ਦ੍ਰਿਸ਼ਟਮਾਨ ਜਿਹੜੇ ਜੀਵ ਨੇ ਉਹ ਦ੍ਰਿਸ਼ਟੀ ਵਾਲੀਆਂ ਚੀਜ਼ਾਂ ਨੂੰ ਵੇਖਦੇ ਆ, ਜੋ ਉਹਨਾਂ ਨੂੰ ਵਿਖ ਰਿਹਾ ਹੈ ਉਹਨਾਂ ਤੱਕ ਉਹਨਾਂ ਦੀ ਸੁਰਤ ਹੈ। ਪਰ ਨਾਲੇ ਚੇਤੇ ਰੱਖਿਓ ਵੀ ਬੜਾ ਕੁਝ ਹੈ ਅਜਿਹਾ ਜਿਹੜਾ ਅਜੇ ਵੀ ਅਸੀਂ ਨਹੀਂ ਸਮਝ ਪਾਏ। ਜਿਵੇਂ ਕਹਿੰਦੇ ਨਾ, ਕਹਿੰਦੇ ਇੱਕ ਵਾਰ ਕਿਸੇ ਫਕੀਰ ਦੇ ਕੋਲ ਇੱਕ ਇਨਸਾਨ ਆਇਆ, ਉਹਨੇ ਪੁੱਛਿਆ ਵੀ ਤੁਹਾਨੂੰ ਪੁੱਛਣਾ ਹੈ ਵੀ ਮੌਤ ਕੀ ਹੈ। ਮੌਤ ਕਿਹਨੂੰ ਕਹਿੰਦੇ ਆ, ਵੀ ਤੁਸੀਂ ਕਦੇ ਮੌਤ ਨੂੰ ਵੇਖਿਆ? ਫਕੀਰ ਨੇ ਬੜਾ ਪਿਆਰਾ ਜਵਾਬ ਦਿੱਤਾ, ਕਹਿੰਦਾ ਵੀ ਜਿਹੜੀ ਚੀਜ਼ ਮੈਂ ਵੇਖੀ ਨਹੀਂ ਉਹਦੇ ਬਾਰੇ ਦੱਸ ਨਹੀਂ ਸਕਦਾ, ਹਾਂ ਜੀਵਨ ਦੇ ਬਾਰੇ ਪਤਾ ਹੈ
जे जीवन के बारे पुछना है तो जीवन के बारे दस सकदा। तो कहता भी हाँ 1 मिनट रुक, तेनों दसदा हाँ मौत के बारे भी। वो कहता भी शायद मौत के बारे दसन लग्या, पहला तो कहते पता नहीं कुछ। वो कहता मौत का पता करना ही। कहता हाँ मौत के बारे पता करना है। कहता फिर ऐदा कर भी ਜਿਹੜੇ इंसान मर चुके हैं ना उन्होंने कोल चल जा, वो इंसान तेन दस सकते हैं भी मौत किहो जी है, मौत की है। वो कहते जी बाबा जी वो कित्थे मिलणगे? कहते तो उत्थे ही ने जिथे गए हुए आ। इसका अर्थ है भी ਜਿਹੜੇ मर गए वो वापस थोड़ी आए, ਜਿਹੜਾ चला गया वो वापस थोड़ी आया। तो इस करके जिन्हों की जीवन लीला एक बार खत्म हो गई वो वापस नहीं आए, उन्होंने वो दस नहीं पाए। सानू जीवन के बारे पता है तो गुरु सानू यही कहता है कि मरना तो सब नहीं है, आ तेनों जिउना सिखावां। तो गुरु तो असीं जिउना सीखते हैं। इस करके गुरु हरगोबिंद साहब महाराज ने भी, क्योंकि उन्होंने जीवन पूरा बिल्कुल प्रैक्टिकल वाला है जी, हर एक गल नूं महाराज बिल्कुल एक प्रैक्टिकल के तौर के उत्ते समझाउंदे आ। सो खैर अखीरली पंक्ति की विचार करके मैं खीमा दे जाचक होवां जी। अखीर च पातशाह कहंदे आ कि करसन तख्त सलाम लिखिया पावसी। हे मालिक जी जिन्हां उत्ते तेरी किरपा होवे ना, जिन्ना भी सारा संसार है उन्हां दे अगे झुकदा है, उन्हां नूं सलाम करदा है। पर जिहड़े मनमुख ने उन्हां दी सार नहीं जान पाउंदे, वो ते खुद बारे नहीं पता कर सकते, तो वो गुरमुख जनां दे बारे की पता करनगे। सो खैर साध संगत ये सी जी अज दे सलूक दी विचार, अज दी पौड़ी दी विचार। विचारां करदियां होइयां अनेकां प्रकार दीयां भुलां गलतियां दासरी दियां जी। वडियाई गुरु ग्रंथ साहिब सच्चे पातशाह जी दी झोली पाउणी सारी संगत प्यार सत्कार दे नाल अखीर विच उचारण करो जी। आखो जीओ वाहिगुरू जी का खालसा वाहिगुरू जी की फतेह।